ਸਤਿਨਾਮ ਵਾਹਿਗੁਰੂ। ਇਕ ਮਨ ਪੁਰਖ ਧਿਆਏ ਬਰ ਦਾਤਾ, ਸੰਤ ਸਹਾਰ ਸਦਾ ਬਿਖਿਆਤਾ। ਤਾਸ ਚਰਨ ਲੇ ਹਿਰਦੈ ਬਸਾਵਾਂ, ਤਉ ਪਰਮ ਗੁਰੂ ਨਾਨਕ ਗੁਣ ਗਾਵਾਂ। ਗਾਵਾਂ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਣ ਸ਼ਬਦ ਸਰੇ। ਗਾਵਹਿ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ। ਗਾਵਹਿ ਇੰਦਰਾਦ ਭਗਤ ਪ੍ਰਹਿਲਾਦਕ, ਆਤਮ ਰਸ ਜਿਨ ਜਾਣਿਓ। ਗਾਵਹਿ ਇੰਦਰਾਦ ਭਗਤ ਪ੍ਰਹਿਲਾਦਕ, ਆਤਮ ਰਸ ਜਿਨ ਜਾਣਿਓ। ਕਬ ਕਲ ਸੋ ਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਸਿਮਰ ਰਾਮ ਸਿਮਰ, ਰਾਮ ਸਿਮਰ ਭਾਈ। ਰਾਮ ਨਾਮ ਸਿਮਰਨ ਬਿਨਾ, ਬੂਢਤੇ ਅਧਿਕਾਈ। ਰਾਮ ਸਿਮਰ ਰਾਮ ਸਿਮਰ, ਰਾਮ ਸਿਮਰ ਭਾਈ। ਰਾਮ ਨਾਮ ਸਿਮਰਨ ਬਿਨਾ, ਬੂਢਤੇ ਅਧਿਕਾਈ। ਰਹਾਉ
ਬਨਤਾ ਸੁਤ ਦੇਹ ਗ੍ਰੇਹ ਸੰਪਤ ਸੁਖਦਾਈ ਇਨ ਮੈਂ ਕਛ ਨਾਹਿ ਤੇਰੂ ਕਾਲ ਅਵਧ ਆਈ ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ ਤੇਉ ਉਤਰ ਪਾਰ ਪਰੀ RAM ਨਾਮ ਲੀਨੇ ਸੁਕਰ ਕੁਕਰ ਜੋਨ ਭ੍ਰਮੇ ਤਉ ਲਾਜ ਨਾ ਆਈ RAM ਨਾਮ ਛਾੜ ਅੰਮ੍ਰਿਤ ਕਾਹੇ ਬੇਖੁ ਖਾਈ ਤਜ ਭਰਮ ਕਰਮ ਬਿਦਨ ਖੇਦ RAM ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ RAM ਕਰ ਸਨੇਹੀ ਤਜ ਭਰਮ ਕਰਮ ਬਿਦਨ ਖੇਦ RAM ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ RAM ਕਰ ਸਨੇਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਹਿਬ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਾਨ ਬਖਸ਼ਿਸ਼, ਰਹਿਮਤ ਕਿਰਪਾ ਦਾ ਪ੍ਰਤੀਕ ਇਹ ਸਮਾਂ ਹੈ। ਅੰਮ੍ਰਿਤ ਵੇਲੇ ਦੇ ਸਮੇਂ ਤੋਂ ਆਪ ਜੀ ਮਾਈ ਭਾਈ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋਂ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸਨਾਨਾ, ਗੁਰ ਪੂਰੈ ਕੀਨੇ ਦਾਨਾ। ਸਭ ਕੁਸਲ ਖੇਮ ਪ੍ਰਭ ਧਾਰੇ, ਸਹੀ ਸਲਾਮਤ ਸਭ ਥੋਕ ਉਬਾਰੇ, ਗੁਰ ਕਾ ਸ਼ਬਦ ਵਿਚਾਰੇ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ, ਨਾਨਕ ਨਾਮ ਧਿਆਇਆ, ਆਦਿ ਪੁਰਖ ਪ੍ਰਭ ਪਾਇਆ। ਪ੍ਰਤੱਖ ਵੀ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ ਹੈ ਔਰ ਸੰਗਤ ਰੂਪੀ ਸਰੋਵਰ ਵਿੱਚ ਵੀ ਇਸ਼ਨਾਨ ਕੀਤਾ ਹੈ। ਨਾਮ ਜਲ ਵਿੱਚ ਇਸ਼ਨਾਨ ਕੀਤਾ ਹੈ, ਜਿਸ ਦੇ ਨਾਲ ਤਨ ਮਨ ਦੋਨੋਂ ਸੀਤਲ ਹੋਏ ਹਨ। ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਵਿੱਚ ਆਪ ਜੀ ਇਸ ਪਾਵਨ ਅਸਥਾਨ ਗੁਰਦੁਆਰਾ
ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋਏ ਹੋ। ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਹਰ ਗੁਣ ਪੜ੍ਹੀਐ ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਐ। ਮਿਲ ਸਤ ਸੰਗਤ ਹਰ ਗੁਣ ਗਾਏ, ਜਗ ਭਉ ਜਲ ਦੁਤਰ ਤਰੀਐ ਜੀਓ। ਆਪ ਜੀ ਸੰਗਤਾਂ ਦਾ ਇਹ ਰੋਜ਼ ਦਾ ਨਿਯਮ ਹੈ, ਰੋਜ਼ ਹਰ ਦਿਨ ਕਥਾ ਸੁਣਨੀ। ਉਸ ਨਿਯਮ ਦੇ ਮੁਤਾਬਕ ਆਪ ਜੀ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀਆਂ ਲਵਾ ਰਹੇ ਹੋ। ਸੋ ਆਓ ਅੰਮ੍ਰਿਤ ਵੇਲੇ ਦੇ ਸਮੇਂ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚੋਂ ਜੋ ਪਾਵਨ ਸ਼੍ਰੀ ਮੁਖਵਾਕ ਸਾਨੂੰ ਸਭ ਨੂੰ ਪ੍ਰਾਪਤ ਹੋਇਆ ਹੈ, ਆਪਣੇ ਮਨ ਬਿਰਤੀਆਂ ਨੂੰ ਇਕਾਗਰ ਕਰੋ। ਪਾਵਨ ਸ਼ਬਦ ਦੀ ਕਥਾ ਵਿਚਾਰ ਪੜ੍ਹ ਸੁਣ ਕੇ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਅੱਜ ਦਾ ਪਾਵਨ ਸ਼੍ਰੀ ਮੁਖਵਾਕ ਸਤਿਗੁਰਾਂ ਨੇ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਫਰਮਾਇਆ ਹੈ। ਜਿਵੇਂ ਸਾਰਿਆਂ ਗੁਰੂ ਸਾਹਿਬਾਨਾਂ ਵਿੱਚੋਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਹਨ। ਗੁਰਨ ਵਿਖਿਆ ਸ਼੍ਰੀ ਨਾਨਕ ਗੁਰੂ, ਬਚਨ ਸਿੰਘ ਅਗਿਆਨਹਿ ਰੁਰੂ। ਇਸੇ ਤਰ੍ਹਾਂ ਸਾਰਿਆਂ ਭਗਤਾਂ ਵਿੱਚੋਂ ਜਿਹੜੇ ਮੁਖੀ ਭਗਤ ਹਨ ਉਹ ਭਗਤ ਕਬੀਰ ਸਾਹਿਬ ਜੀ ਆ। ਕਿਸੇ ਵੀ ਰਾਗ ਵਿੱਚ ਜਦੋਂ ਸਤਿਗੁਰਾਂ ਨੇ ਬਾਣੀ ਲਿਖਵਾਈ ਹੈ, ਉਸ ਰਾਗ ਵਿੱਚ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਆਉਂਦੇ ਆ। 19 ਰਾਗਾਂ 'ਚ ਗੁਰੂ ਸਾਹਿਬ ਦੀ ਬਾਣੀ ਹੈ, ਗੁਰੂ ਨਾਨਕ ਸਾਹਿਬ ਜੀ ਦੀ। ਸੋ ਜਿਹੜੇ ਰਾਗ 'ਚ ਗੁਰੂ ਸਾਹਿਬ ਦੀ ਬਾਣੀ ਹੋਵੇ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਲਿਖੀ ਜਾਂਦੀ ਆ। ਇਸੇ ਢੰਗ ਨਾਲ ਗੁਰੂ ਕੀ ਬਾਣੀ ਵਿੱਚ ਜਦੋਂ ਭਗਤ ਬਾਣੀ ਦੀ ਤਰਤੀਬ ਆਉਂਦੀ ਹੈ ਤੇ ਉਸ ਵੇਲੇ ਸਭ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਦੇ ਸ਼ਬਦ ਸਤਿਗੁਰਾਂ ਨੇ ਲਿਖਵਾਏ ਆ। ਕਬੀਰ ਸਾਹਿਬ ਜੀ ਸ਼੍ਰੋਮਣੀ ਭਗਤ ਹਨ, 15 ਭਗਤਾਂ ਵਿੱਚੋਂ ਮੁਖੀ ਭਗਤ ਹਨ। ਇਹ ਮਾਣ ਸਤਿਕਾਰ ਦਰਜਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਭਗਤ ਜੀ ਨੂੰ ਬਖਸ਼ਿਆ ਹੈ। ਭਗਤ ਕਬੀਰ ਸਾਹਿਬ ਜੀ ਧਨਾਸਰੀ ਰਾਗ ਵਿੱਚ ਪਾਵਨ ਸ਼ਬਦ ਉਚਾਰਦੇ ਹਨ ਔਰ ਸਾਨੂੰ ਭਾਈ ਕਹਿ ਕੇ ਸੰਬੋਧਨ ਕੀਤਾ ਹੈ। ਗੁਰਮਤਿ ਦਾ ਵੀ ਇਹ ਸ਼ਬਦ ਹੈ, ਅਸੀਂ ਕਿਸੇ ਨੂੰ ਭਾਈ ਕਹਿ ਕੇ ਬੁਲਾਉਂਦੇ ਹਾਂ। ਭਾਈ ਸਾਹਿਬ ਜਦੋਂ ਅਸੀਂ ਬਹੁਤਾ ਸਤਿਕਾਰ ਦਿੰਦੇ ਤੇ ਭਾਈ ਸਾਹਿਬ ਸ਼ਬਦ ਵਰਤੀਦਾ। ਭਾਈ ਨਾਮ ਭਰਾ ਦਾ ਹੁੰਦਾ ਹੈ, ਭਰਾ ਨੂੰ ਭਾਈ ਕਿਹਾ ਹੈ। ਔਰ ਜਿਹੜਾ ਵੱਡਾ ਭਰਾ ਹੋਵੇ ਉਹਨੂੰ ਅਸੀਂ ਭਾਈ ਜੀ ਕਹਿ ਕੇ ਬੁਲਾਉਂਦੇ ਹਾਂ। ਭਾਈ ਵੱਡੇ ਭਰਾ ਨੂੰ ਕਹੀਦਾ ਹੈ। ਭਾਈ ਜੀ ਗ੍ਰੰਥੀ ਸਿੰਘ ਸਾਹਿਬ ਨੂੰ ਵੀ ਕਿਹਾ ਜਾਂਦਾ ਹੈ ਕਿ ਇਹ ਸਾਡੇ ਸਤਿਕਾਰਯੋਗ ਭਾਈ ਜੀ ਨੇ, ਕਿਉਂਕਿ ਇਹ ਪਦ ਜਨਾਂ ਵਾਸਤੇ ਬਾਣੀ 'ਚ ਰੱਖਿਆ ਹੈ ਤੇ ਇਸ ਲਈ ਪਾਠੀ ਸਿੰਘਾਂ ਨੂੰ, ਗ੍ਰੰਥੀ ਸਿੰਘਾਂ ਨੂੰ ਵੀ ਭਾਈ ਜੀ ਕਹਿ ਕੇ ਅਸੀਂ ਬੁਲਾਉਂਦੇ ਹਾਂ। ਭਾਈ ਨਾਮ ਭਾਉਣ ਦਾ ਵੀ ਹੁੰਦਾ ਹੈ ਕਿ ਜੇ ਗੱਲ ਭਾ ਗਈ ਤਾਂ, ਜਾਂ ਅਸੀਂ ਕਹਿ ਦਿੰਦੇ ਕਿ ਮੇਰੀ ਇਹ ਬੇਨਤੀ ਭਾਈ ਨਹੀਂ ਹੈ ਫਲਾਣੇ ਸਿੰਘ ਨੂੰ। ਭਾਈ ਨਾਮ ਪ੍ਰਵਾਨ ਹੋਣ ਦਾ, ਭਾ ਜਾਣਾ।
ਤੇ ਜੇ ਇੱਕ ਅੱਖਰੀ ਕੋਸ਼ ਮੁਤਾਬਕ ਆਪਾਂ ਬਚਨ ਕਰੀਏ ਤੇ ਭਾ ਨਾਮ ਪ੍ਰਕਾਸ਼ ਦਾ ਹੁੰਦਾ ਹੈ। ਜਿਨ੍ਹਾਂ ਦੇ ਹਿਰਦੇ 'ਚ ਮਹਾਰਾਜ ਸਾਹਿਬ ਜੀ, ਸਤਿਗੁਰੂ ਜੀ ਆਪਣੇ ਗਿਆਨ ਦਾ ਪ੍ਰਕਾਸ਼ ਕਰ ਦੇਣ, ਉਹ ਭਾਈ ਹੁੰਦੇ ਆ। ਰਾਖ ਲੈਹੋ ਭਾਈ ਮੇਰੇ ਕਉ, ਪ੍ਰਭ ਆਗਿਆ ਅਰਦਾਸ। ਭਾਈ ਨਾਮ ਪਾਉਣ ਦਾ, ਭਾਈ ਨਾਮ ਭਾਵਨਾ ਦਾ। ਰਹੋ ਵਿਚਾਰ। ਭਗਤ ਕਬੀਰ ਸਾਹਿਬ ਜੀ ਕਹਿੰਦੇ ਆ, ਕਬੀਰ ਸਾਹਿਬ ਜੀ ਕਹਿੰਦੇ ਨੇ, ਗੁਰਮੁਖੋ ਰਾਮ ਦਾ ਨਾਮ ਜਪੋ, ਰਾਮ ਸਿਮਰ ਰਾਮ ਸਿਮਰ। ਰਾਮ ਸਿਮਰ 3 ਵਾਰੀ ਕਿਹਾ ਹੈ। ਇਹ ਤਾਕੀਦ ਹੁੰਦੀ ਹੈ ਮਨ ਕਰਕੇ, ਬਾਣੀ ਕਰਕੇ ਤੇ ਸਰੀਰ ਕਰਕੇ ਵੀ। ਇਹ ਭਗਤਾਂ ਦੀ ਬਾਣੀ ਤੇ ਗੁਰੂ ਸਾਹਿਬਾਂ ਦੀ ਬਾਣੀ ਇੱਕ ਹੀ ਗੱਲ ਹੈ, ਇੱਕ ਹੀ ਸਿਧਾਂਤ ਆ। ਜੇ ਅਸੀਂ ਸ਼ਬਦਾਂ ਨੂੰ ਮਿਲਾਈਏ ਤੇ ਸ਼ਬਦ ਬਹੁਤ ਮਿਸ਼ਰਤ ਲੱਗਦੇ ਆ, ਇੱਕ ਜੈਸੇ ਹੀ ਹਨ, ਕੋਈ ਅੰਤਰ ਨਹੀਂ ਹੈ, ਕੋਈ ਫਰਕ ਨਹੀਂ ਹੈ। ਜਦ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਹਨ ਤਾਂ ਆਪ ਜੀ ਦੀ ਵੀ ਇਹ ਹੀ ਆਗਿਆ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਿ ਸਿਮਰੋ ਭਾਈ। ਪੰਜਾਬੀ ਭਾਸ਼ਾ ਦੇ ਵਿੱਚ ਅਸੀਂ 3 ਵਾਰੀ ਕੋਈ ਗੱਲ ਪੱਕੀ ਕਹਿਣੀ ਹੋਵੇ, ਜਦੋਂ ਬਹੁਤ ਠੋਸ ਅਸੀਂ ਕੁਝ ਕਹਿਣਾ ਚਾਹੁੰਦੇ ਹਾਂ, ਤੇ 3 ਵਾਰੀ ਗੱਲ ਕਰੀਦੀ ਆ। 3 ਵਾਰੀ ਕਹਿਣਾ। ਗੁਰੂ ਸਾਹਿਬ ਦੇ ਇਤਿਹਾਸ ਵਿੱਚ ਵੀ 3 ਵਾਰੀ ਬਚਨ ਕਰਨ ਦਾ ਬਹੁਤ ਜ਼ਿਕਰ ਆਉਂਦਾ ਹੈ। ਤੀਸਰਾ ਬਚਨ ਜਿਹੜਾ ਹੈ ਉਹ ਫਿਰ ਅਖੀਰਲਾ ਹੈ, ਉਸ ਤੋਂ ਅੱਗੇ ਕੁਝ ਨਹੀਂ ਹੈ। ਖਾਲਸੇ ਨੇ ਤਾਂ ਵਾਰ ਵੀ 3 ਹੀ ਰੱਖੇ ਆ। ਮੈਦਾਨੇ ਜੰਗ ਵਿੱਚ ਜੂਝਦਿਆਂ ਹੋਇਆਂ 3 ਗਲਤੀਆਂ ਵੱਡੀਆਂ ਹੀ ਮਾਫ ਕਰ ਦੇਣੀਆਂ, ਜਾਨਲੇਵਾ ਜਿਹੜੀਆਂ ਗਲਤੀਆਂ ਹੁੰਦੀਆਂ। ਇੱਕ ਤਾਂ ਛੋਟੀਆਂ ਮੋਟੀਆਂ ਹੁੰਦੀਆਂ ਗਲਤੀਆਂ, 3 ਜਾਨਲੇਵਾ ਗਲਤੀਆਂ ਵੀ ਮਾਫ ਕਰ ਦੇਣੀਆਂ। 3 ਵਾਰ ਕਿਸੇ ਨੇ ਕੀਤੇ ਤੇ ਫਿਰ ਸਿੰਘ ਵੀਰ ਰਸ ਵਿੱਚ ਆਇਆ ਹੈ। ਸਾਡੇ ਸਤਿਗੁਰੂ ਜੀ ਨੇ ਵੀ ਇਹ ਨਿਯਮ ਨਿਭਾਇਆ, 3 ਵਾਰ ਸਹਾਰ ਲੈਣੇ, ਕਿ ਇਸ ਤੋਂ ਅੱਗੇ ਹੁਣ ਹੋਰ ਕੋਈ ਹੱਲ ਨਹੀਂ ਹੈ। ਜਿਹੜਾ ਸਾਹਮਣੇ ਵਾਲਾ ਵਿਅਕਤੀ ਹੈ, ਇਹਦੀ ਇੱਛਾ ਹੈ ਕਿ ਇਹ ਵਾਰ ਹੁਣ ਗ੍ਰਹਿਣ ਕਰ ਲਏ ਸਾਡਾ, ਤੇ ਵਾਰ ਕਰ ਦੇਣਾ। ਇਹ ਤਾਕੀਦ ਹੈ, ਇਹ ਪਕਿਆਈ ਹੈ। ਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਭਾਈ ਭਰਾਵੋ, ਭਰਾ ਜੀ, ਵੀਰ ਜੀ, ਰਾਮ ਦਾ ਜਾਪ ਕਰੋ, ਰਾਮ ਦਾ ਨਾਮ ਲਓ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੇ ਪਾਵਨ ਸ਼ਬਦਾਂ ਨੂੰ ਅਸੀਂ ਪੜ੍ਹੀਏ ਤੇ ਬਿਲਕੁਲ ਇਹੋ ਹੀ ਉਪਦੇਸ਼ ਹੈ। ਰਾਮ ਸਿਮਰ ਰਾਮ ਸਿਮਰ, ਇਹ ਤੇਰਾ ਕਾਜ ਹੈ। ਮਾਇਆ ਕੋ ਸੰਗ ਤਿਆਗ, ਪ੍ਰਭ ਜੂ ਕੀ ਸਰਨ ਲਾਗ। ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ। ਨਾਵੇਂ ਪਾਤਸ਼ਾਹ ਜੀ ਦੇ ਇਹ ਪਾਵਨ ਸ਼ਬਦ। ਰਾਮ ਪਾਜ ਜਨਮ ਸਿਰਾਤ ਹੈ। ਕਹੋ ਕਹਾਂ ਬਾਰ ਬਾਰ, ਸਮਝਤ ਨਹਿ ਕਿਉਂ ਗਵਾਰ। ਭਈ ਬਾਰ ਬਾਰ ਤੈਨੂੰ ਕੀ ਕਹੀਏ, ਕੀ ਸਮਝਾਈਏ, ਤੂੰ ਕਿਉਂ ਨਹੀਂ ਸਮਝਦਾ। ਇਹ ਜਿਹੜਾ ਤੇਰਾ ਸਰੀਰ ਹੈ, ਜਿਵੇਂ ਪਾਣੀ ਦਾ ਗੜਾ ਹੁੰਦਾ ਨਾ, ਮੀਂਹ ਵਿੱਚ ਗੜੇ ਪੈਂਦੇ ਆ ਤੇ ਗੜੇ ਨੂੰ ਖੁਰਦਿਆਂ ਦੇਰ ਨਹੀਂ ਲੱਗਦੀ। ਇਹ ਤਾਂ ਓਰੇ ਸਮਗਾਤ ਹੈ। ਓਰਾ ਨਾਮ ਗਲੇ ਦਾ ਹੁੰਦਾ, ਉਹ ਗਲਾ ਛੇਤੀ ਗਲ ਜਾਂਦਾ ਹੈ। ਇੱਦਾਂ ਸਰੀਰ ਗਲ ਜਾਣਾ, ਇਹ ਬੜੀ ਦੁਰਲੱਭ ਦੇਹ ਪ੍ਰਾਪਤ ਹੋਈ ਹੈ। ਰਾਮ ਜਪ ਲੈ। ਪਰ ਇਹ ਜੋ ਬਾਣੀ ਵਿੱਚ ਸਤਿਗੁਰਾਂ ਨੇ ਬਾਰ-ਬਾਰ ਰਾਮ ਜਪਣ ਵਾਸਤੇ ਕਿਹਾ ਹੈ, ਇਹ ਕਿਸੇ ਵਿਅਕਤੀ ਦਾ ਨਾਮ ਰਾਮ ਨਹੀਂ ਹੈ, ਨਾ ਹੀ ਕਿਸੇ ਅਵਤਾਰ ਦਾ ਨਾਮ ਰਾਮ ਹੈ। ਸਤਿਗੁਰਾਂ ਨੂੰ ਪੁੱਛੀਏ, ਮਹਾਰਾਜ ਤੁਸੀਂ ਕਿਹੜੇ ਰਾਮ ਦੀ ਗੱਲ ਕਰਦੇ ਹੋ? ਤਾਂ ਹਜੂਰ ਕਹਿੰਦੇ, ਸਾਧੋ ਇਹੋ ਤਨ ਮਿਥਿਆ ਜਾਨੋ, ਜਾ ਭੀਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਨੋ।
ਕਿ ਅਸੀਂ ਉਸ ਰਾਮ ਦੀ ਗੱਲ ਕਰਦੇ ਹਾਂ ਜਿਹੜਾ ਸਰੀਰ ਦੇ ਅੰਦਰ ਵੱਸਦਾ ਹੈ, ਸਰੀਰ ਦੇ ਅੰਦਰ ਰਹਿੰਦਾ ਹੈ, ਜਿਹਨੂੰ ਆਤਮ ਰਾਮ ਕਿਹਾ ਹੈ। ਉਹ ਰਾਮ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਹੈ। ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮਹਿ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭ ਹੂੰ ਤੇ ਨਿਆਰਾ। ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਤੇ ਫਿਰ ਵੀ ਅਸੰਗ ਹੈ, ਪਾਪੀਆਂ 'ਚ ਵਸਦਾ ਹੋਇਆ ਉਹ ਪਾਪੀ ਨਹੀਂ ਹੈ, ਪੁੰਨੀਆਂ 'ਚ ਵਸਦਾ ਹੋਇਆ ਉਹ ਪੁੰਨੀ ਨਹੀਂ ਹੈ, ਪਾਪਾਂ ਪੁੰਨਾਂ ਤੋਂ ਪਰੇ ਹੈ, ਜੋ ਅਸੰਗ ਹੈ, ਨਿਰਲੇਪ ਹੈ। ਉਸ ਰਾਮ ਦੀ ਗੱਲ ਸਤਿਗੁਰੂ ਜੀ ਕਰਦੇ ਆ। ਤੇ ਉਸੇ ਹੀ ਰਾਮ ਦਾ ਨਾਮ ਭਗਤ ਕਬੀਰ ਸਾਹਿਬ ਜੀ ਨੇ ਜਪਿਆ ਹੈ। ਰਾਮ ਦਾ ਨਾਮ ਲੈਣਾ, ਭਗਤ ਕਬੀਰ ਸਾਹਿਬ ਦੇ ਬੜੇ ਸ਼ਬਦ ਆਉਂਦੇ ਹਨ ਇਸ ਪ੍ਰਕਰਨ ਦੇ ਨਾਲ ਸੰਬੰਧਿਤ। ਕਬੀਰ ਰਾਮੈ ਰਾਮ ਕਹੋ, ਕਹਿਬੇ ਮਾਹੇ ਵਿਵੇਕ, ਏਕ ਅਨੇਕੈ ਮਿਲ ਗਿਆ, ਏਕ ਸਮਾਨਾ ਏਕ। ਕਬੀਰ ਰਾਮ ਕਹਿਨ ਮਹਿ ਭੇਦ ਹੈ, ਤਾ ਮਹਿ ਏਕ ਵਿਚਾਰ। ਰਾਮ ਬਹੁਤ ਦੁਨੀਆ ਬੋਲਦੀ ਹੈ, ਇਹ ਸ਼ਬਦ ਬਹੁਤ ਲੋਕ ਬੋਲਦੇ ਆਪਣੀ ਜ਼ਬਾਨ ਤੋਂ ਰਾਮ। ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਮ ਬੋਲਣ ਵਿੱਚ ਵੀ ਫਰਕ ਹੁੰਦਾ ਹੈ। ਉਹ ਫਰਕ ਕਿਹੜਾ ਹੈ? ਵਿਚਾਰ ਦਾ ਫਰਕ ਆ, ਵਿਚਾਰ ਦਾ। ਉਸ ਰਾਮ ਸ਼ਬਦ ਬੋਲਣ ਦੇ ਪਿੱਛੇ ਵਿਚਾਰ ਵੱਖਰੀ ਹੁੰਦੀ ਆ। ਸੋਈ ਰਾਮ ਸਭੈ ਕਹੈ, ਸੋਈ ਕੌਤਕ ਹਾਰ। ਇੱਕ ਰਾਮ ਤਾਂ ਉਹ ਹੈ ਜਿਹਨੂੰ ਪੂਰੀ ਸ੍ਰਿਸ਼ਟੀ ਜਪਦੀ ਹੈ। ਦੁੱਖ ਲੱਗੈ ਤਾਂ ਰਾਮ ਪੁਕਾਰਾ ਹੈ। ਜਿਹੜਾ ਰਾਮ ਸਾਰੀ ਸ੍ਰਿਸ਼ਟੀ ਦੁੱਖ ਦੇ ਸਮੇਂ ਜਪਦੀ ਆ। ਕਬੀਰ ਕਾਮ ਪਰੇ ਹਰ ਸਿਮਰੀਐ, ਐਸਾ ਸਿਮਰੋ ਨਿਤ। ਕੰਮ ਪੈ ਜਾਏ, ਲੋੜ ਪੈ ਜਾਏ। ਇੱਕ ਰਾਮ ਤਾਂ ਉਹ ਹੈ ਰੱਬ, ਵਾਹਿਗੁਰੂ ਪ੍ਰਮਾਤਮਾ ਪਰਮੇਸ਼ਰ, ਉਹਨੂੰ ਦੁਨੀਆ ਜਪਦੀ ਆ। ਤੇ ਇੱਕ ਹੈ ਸੋਏ ਕੌਤਕਹਾਰ, ਜਿਹੜੇ ਰਾਸ ਧਾਰੀਏ ਆ। ਇੱਕ ਬਾਲਕ ਨੇ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮਚੰਦਰ ਦਾ ਰੂਪ ਧਾਰਿਆ ਹੁੰਦਾ ਤੇ ਉਹਨੂੰ ਉਹ ਰਾਮ ਕਹਿ ਕਹਿ ਕੇ ਬੁਲਾਉਂਦੇ ਆ। ਪਰ ਉਸ ਲੜਕੇ ਨੂੰ ਰਾਮ ਕਹਿ ਕਹਿ ਕੇ ਬੁਲਾਉਣ ਦਾ ਮਤਲਬ ਰੱਬ ਦਾ ਨਾਮ ਉਚਾਰਨਾ ਨਹੀਂ ਹੁੰਦਾ। ਉਹ ਤਾਂ ਉਸ ਲੜਕੇ ਨੂੰ ਸੰਬੋਧਨ ਕਰਨ ਵਾਸਤੇ ਰਾਮ ਸ਼ਬਦ ਬੋਲਿਆ ਜਾ ਰਿਹਾ ਹੈ। ਕਿਸੇ ਵਿਅਕਤੀ ਦਾ ਨਾਮ ਰੱਬ ਰੱਖ ਲੈਣਾ, ਵਿਅਕਤੀ ਨੂੰ ਰਾਮ ਜਿਹੜਾ ਹੈ ਸਮਝ ਲੈਣਾ, ਕਬੀਰ ਸਾਹਿਬ ਜੀ ਕਹਿੰਦੇ ਇਹ ਅੰਤਰ ਹੈ। ਅਸੀਂ ਉਹਨੂੰ ਰਾਮ ਕਹਿੰਦੇ ਹਾਂ ਜਿਹੜਾ ਸਾਰੀਆਂ ਥਾਵਾਂ 'ਤੇ ਵਿਆਪਕ ਹੈ। ਜੋ ਰਮੰਤੀ ਸਾ ਰਾਮਾ, ਜਿਹੜਾ ਰਮਿਆ ਹੋਇਆ ਹੈ ਉਹਨੂੰ ਰਾਮ ਕਹਿੰਦੇ ਹਾਂ। ਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਭਈ ਰਾਮ ਜਪੋ ਸਰੀਰ ਕਰਕੇ, ਰਾਮ ਜਪੋ ਬਾਣੀ ਕਰਕੇ, ਆਪਣਾ ਮਨ ਵੀ ਟਿਕਾਓ, ਮਨ ਵੀ ਤੁਹਾਡਾ ਰਾਮ ਰਾਮ ਕਹੇ। ਇਸ ਤਰ੍ਹਾਂ ਰਾਮ ਦਾ ਰਮੇ ਹੋਏ ਪਰਮੇਸ਼ਰ ਦਾ ਜਾਪ ਕਰੋ। ਰਾਮ ਨਾਮ ਸਿਮਰਨ ਬਿਨ ਬੂੜਤੀ ਅਧਿਕਾਈ। ਤੇ ਜੇ ਕੋਈ ਪੁੱਛੇ ਜੀ ਜੇ ਅਸੀਂ ਨਾ ਸਿਮਰੀਏ ਭਲਾ ਤੇ ਫਿਰ ਕੀ ਹੋਊ? ਕਿ ਸਾਡਾ ਕੋਈ ਨੁਕਸਾਨ ਹੋਊ? ਲਾਭ ਦੀ ਗੱਲ ਚਲੋ ਨਹੀਂ ਕਰਦੇ, ਲਾਭ ਤਾਂ ਬਹੁਤ ਪੋਜ਼ਿਟਿਵ ਚੀਜ਼ ਹੈ। ਅਸੀਂ ਨੈਗੇਟਿਵ ਜਿਹੜੀ ਹੈ ਉਹ ਗੱਲ ਕਰ ਲਈਏ, ਮਾਈਨਸ ਦੀ ਗੱਲ ਕਰ ਲਈਏ ਕਿ ਹੇਠਾਂ ਨੂੰ ਜਾਣਾ, ਕਿ ਕੋਈ ਨੁਕਸਾਨ ਹੋਏਗਾ ਪਰਮੇਸ਼ਰ ਦਾ ਨਾਮ ਜਪੇ ਤੋਂ ਬਿਨਾਂ? ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਜਪਣ ਤੋਂ ਬਿਨਾਂ ਬਹੁਤ ਲੋਕ ਡੁੱਬ ਗਏ ਆ। ਗੁਰ ਕੀ ਮੱਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਇਹ ਮਨੁੱਖਾ ਜਨਮ ਪ੍ਰਾਪਤ ਹੋਇਆ, ਸਫਲ ਉਹਨਾਂ ਦਾ ਹੋਇਆ ਜਿਨ੍ਹਾਂ ਨੇ ਰਾਮ ਦਾ ਨਾਮ ਜਪਿਆ ਹੈ। ਆਇਆ ਸਫਲ ਤਾਹੂ ਕੋ ਗਨੀਐ, ਰਾਮ ਨਾਮ ਰਸਨਾ ਜਸ ਪਨੀਐ। ਦੁਨੀਆ 'ਚ ਆਏ ਹੋਏ ਉਹ ਸਫਲ ਆ, ਮਨੁੱਖਾ ਜਨਮ ਉਹ ਸਫਲਾ ਕਰਕੇ ਗਏ ਆ ਜਿਨ੍ਹਾਂ ਨੇ ਰਾਮ ਨਾਮ ਜਪਿਆ ਹੈ, ਪਰਮੇਸ਼ਰ ਦਾ ਨਾਮ ਜਪਿਆ ਹੈ। ਤੇ ਜੇ ਰਾਮ ਦਾ ਨਾਮ ਨਹੀਂ ਜਪਿਆ ਤੇ ਫਿਰ ਡੁੱਬ ਗਏ ਸੰਸਾਰ 'ਚ।
ਵਿਸ਼ਿਆਂ ਵਿਕਾਰਾਂ ਵਿੱਚ ਡੁੱਬ ਗਏ, ਗਰਕ ਹੋ ਗਏ ਬਹੁਤਿਆਂ ਦੇ ਜੀਵਨ। ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਹਨ, ਬਨਤਾ ਸੁਤ ਦੇਹ ਗ੍ਰੇਹ ਸੰਪਤ ਸੁਖਦਾਈ। ਅਸੀਂ ਕਿਉਂ ਨਹੀਂ ਸਿਮਰਦੇ? ਕਾਰਨ ਇਹ ਹੈ ਕਿ ਅਸੀਂ ਜੰਜਾਲਾਂ 'ਚ ਉਲਝੇ ਹੋਏ ਹਾਂ। ਅਸੀਂ ਜੰਜਾਲਾਂ ਨੂੰ ਹੀ ਸਾਰਾ ਕੁਝ ਸਮਝ ਲਿਆ ਹੈ। ਹਜੂਰ ਦਾ ਪਾਵਨ ਬਚਨ ਹੈ, ਪੁੱਤਰ ਕਲੱਤਰ ਗ੍ਰਸਤ ਕਾ ਫਾਸਾ, ਹੋਣ ਨਾ ਪਾਈਐ RAM ਕੇ ਦਾਸਾ। RAM ਦਾ ਨਾਮ ਜਪਣਾ ਸੀ ਨਾ, ਤੇ ਬੰਦਾ ਦਾਸ ਬਣ ਗਿਆ ਹੈ। ਦਾਸ ਬਣਨਾ ਸੀ ਪਰਮੇਸ਼ਰ ਦਾ, ਦਾਸ ਬਣ ਗਿਆ ਪਰਿਵਾਰ ਦੇ ਜੀਆਂ ਦਾ, ਆਪਣੇ ਪਰਿਵਾਰ ਦੇ ਅਧੀਨ ਹੋ ਗਿਆ। ਇਹ ਨਹੀਂ ਹੈ ਕਿ ਪਰਿਵਾਰਕ ਜ਼ਿੰਮੇਵਾਰੀਆਂ ਨਹੀਂ ਨਿਭਾਉਣੀਆਂ, ਇਹ ਪੱਖ ਵੀ ਸਮਝ ਲਈਏ, ਕੋਈ ਇਹਦਾ ਗਲਤ ਅਰਥ ਨਾ ਕੱਢ ਲਏ। ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣੀਆਂ, ਨਿਯਮਾਂ 'ਚ ਰਹਿਣਾ ਹੈ। ਸਾਡੇ ਸਤਿਗੁਰੂ ਜੀ ਨੇ 10 ਸਰੂਪ ਧਾਰੇ ਆ। 8ਵੇਂ ਜਾਮੇ 'ਚ ਬਾਲਕ ਅਵਸਥਾ ਵਿੱਚ ਸਤਿਗੁਰੂ ਜੀ ਸੱਚਖੰਡ ਚਲੇ ਗਏ, ਬਾਕੀ ਦੇ 9 ਜਾਮਿਆਂ 'ਚ ਗ੍ਰਸਤ ਧਾਰਨ ਕੀਤਾ ਹੈ, ਗ੍ਰਸਤੀ ਬਣੇ ਨੇ ਸਤਿਗੁਰੂ ਜੀ। ਤੇ ਗ੍ਰਸਤ ਵਿੱਚ ਕਿਵੇਂ ਰਹਿਣਾ ਹੈ ਇਹ ਹੀ ਸਿਖਾਇਆ ਹੈ। ਹੋਰ ਗੁਰੂ ਸਾਹਿਬਾਂ ਨੂੰ ਗ੍ਰਸਤ ਅੰਗੀਕਾਰ ਕਰਨ ਦੀ ਕੀ ਲੋੜ ਆ? ਉਹਦਾ ਦੁਨਿਆਵੀ ਨਹੀਂ ਸਨ, ਸਾਨੂੰ ਹੀ ਜਾਚ ਸਿਖਾਈ ਆ। ਸਾਰਾ ਇਤਿਹਾਸ ਸਾਡੇ ਵਾਸਤੇ ਹੀ ਆ, ਸਾਨੂੰ ਸਮਝਾਉਣ ਵਾਸਤੇ ਹੀ ਆ। ਪਰ ਕਰਮ ਚੰਗੇ ਨਾ ਹੋਣ ਕਰਕੇ ਆਪਾਂ ਇਤਿਹਾਸ ਨਹੀਂ ਪੜ੍ਹਦੇ, ਇਤਿਹਾਸ ਨਹੀਂ ਸਮਝਦੇ, ਤੇ ਅਸੀਂ ਡੱਕੋ ਡੋਲੇ ਖਾਂਦੇ ਹਾਂ, ਅਸੀਂ ਭਰਮਾਂ ਵਹਿਮਾਂ ਵਿੱਚ ਪੈਂਦੇ ਹਾਂ। ਗ੍ਰਸਤ ਪਰਿਵਾਰ ਵਿੱਚ ਰਹਿਣਾ ਹੈ, ਪਰਮੇਸ਼ਰ ਨਾਲ ਜੁੜੇ ਹੋਏ ਰਹਿਣਾ ਹੈ। ਪਰਮੇਸ਼ਰ ਨਾਲੋਂ ਵੱਡਾ ਕੋਈ ਨਹੀਂ ਹੈ। ਸੰਸਾਰਕ ਜਿਹੜੀਆਂ ਜ਼ਿੰਮੇਵਾਰੀਆਂ ਨੇ ਇਹ ਵੀ ਨਿਭਾਉਣੀਆਂ ਨੇ। ਸਤਿਗੁਰਾਂ ਨੇ ਇਹ ਨਹੀਂ ਕਿਹਾ ਕਿ ਗ੍ਰਸਤ ਪਰਿਵਾਰ ਛੱਡ ਕੇ ਤੇ ਜੰਗਲਾਂ ਨੂੰ ਚਲੇ ਜਾਓ। ਸਾਨੂੰ ਹਜੂਰ ਨੇ ਸਿੱਖਿਆ ਦਿੱਤੀ ਹੈ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੈ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਵੰਦਿਆਂ ਵਿਚੇ ਹੋਵੈ ਮੁਕਤ। ਕਿ ਘਰ ਛੱਡ ਕੇ ਨਾ ਜਾਈ, ਦੇਸ ਛੋੜ ਪ੍ਰਦੇਸੈ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਇਹ ਸਾਰੀਆਂ ਸਮੱਸਿਆਵਾਂ ਤੇਰੇ ਨਾਲ ਹੀ ਜਾਣਗੀਆਂ, ਜਿੱਥੇ ਮਰਜ਼ੀ ਚਲਾ ਜਾਈਂ। ਪਰਿਵਾਰ ਛੱਡ ਕੇ ਜਾਣ ਦੀ ਲੋੜ ਨਹੀਂ। ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਤੂੰ ਸਿਮਰਨ ਭਜਨ ਕਰ, ਆਪਣੇ ਪਰਿਵਾਰ ਦੀ ਬੱਚਿਆਂ ਦੀ ਸਹੀ ਢੰਗ ਦੇ ਨਾਲ ਜਥਾਯੋਗ ਪਾਲਣਾ ਕਰ। ਤੇਰਾ ਜੀਵਨ ਵੀ ਸਫਲਾ ਹੋਵੇ, ਬੱਚਿਆਂ ਦਾ ਵੀ ਜੀਵਨ ਸਫਲਾ ਹੋਵੇ। ਪਰ ਨਾਲ ਇਹ ਵੀ ਖਿਆਲ ਰੱਖਣਾ ਕਿ ਪਰਿਵਾਰ ਦੇ ਹੀ ਦਾਸ ਬਣ ਕੇ ਨਹੀਂ ਰਹਿ ਜਾਣਾ। ਪਰਿਵਾਰ ਨੂੰ ਹੀ ਬੰਦਾ ਮੱਥਾ ਟੇਕੀ ਜਾਏ ਕਿ ਸਾਰਾ ਕੁਝ ਪਰਿਵਾਰ ਹੀ ਆ। ਘਰ ਵਾਲੀ ਸਮਝ ਲੈ ਕਿ ਘਰ ਵਾਲਾ ਹੀ ਮੇਰਾ ਸਭ ਕੁਝ ਆ, ਤੇ ਘਰ ਵਾਲਾ ਕਹੇ ਜੀ ਸਭ ਕੁਝ ਘਰ ਵਾਲੀ ਹੀ ਹੈ, ਤੇ ਘਰ ਵਾਲੀ ਨੇ ਤਾਂ ਮੁਕਤ ਨਹੀਂ ਕਰਨਾ, ਨਾ ਘਰ ਵਾਲੇ ਨੇ ਘਰ ਵਾਲੀ ਨੂੰ ਕਰਨਾ। ਇਹਦਾ ਸਾਡੇ ਦੁਨਿਆਵੀ ਨਾਤੇ ਆ, ਰਿਸ਼ਤੇ ਆ। ਇਹਨਾਂ ਨਿਯਮਾਂ 'ਚ ਅਸੀਂ ਜ਼ਰੂਰ ਰਹਿਣਾ ਹੈ, ਪਰ ਮੁਕਤ ਹੋਣਾ ਹੈ। ਕਲਮਹਿ ਮੁਕਤ ਨਾਮ ਤੇ ਪਾਵੈ, ਗੁਰ ਯਹ ਭੇਦ ਬਤਾਵੈ। ਮੁਕਤੀ ਦਾ ਨਾਮ ਜਪ ਕੇ ਹੋਣੀ ਆ। ਜੇ ਪਰਿਵਾਰ ਵਿੱਚ ਫਸੇ ਰਹੇ ਅਸੀਂ ਤਾਂ ਪੁੱਤਰ ਕਲੱਤਰ ਗ੍ਰਸਤ ਕਾ ਫਾਸਾ, ਹੋਣ ਨਾ ਪਾਈਐ RAM ਕੇ ਦਾਸਾ। ਗ੍ਰਸਤ ਵਿੱਚ ਫਸਿਆ ਹੋਇਆ ਬੰਦਾ ਰੱਬ ਦਾ ਦਾਸ ਨਹੀਂ ਬਣ ਪਾਉਂਦਾ ਹੈ, ਵਾਹਿਗੁਰੂ ਜੀ ਦਾ ਦਾਸ ਨਹੀਂ ਬਣਦਾ ਹੈ, ਪਰਿਵਾਰ ਦੇ ਅਧੀਨ ਹੋ ਜਾਂਦਾ ਹੈ। ਕਾਮ ਵਿਆਪਿਕ ਸੁਧ ਨਰ ਸੇ ਜੋਰਾ ਪੁਸ਼ ਚੱਲਾ, ਐਸੀ ਹਾਲਤ ਹੋ ਜਾਂਦੀ ਹੈ। ਰਹੋ ਵਿਚਾਰ। ਭਗਤ ਕਬੀਰ ਸਾਹਿਬ ਜੀ ਕਹਿੰਦੇ ਆ, ਬਨਤਾ ਘਰ ਵਾਲੀ ਨੂੰ ਕਹਿੰਦੇ ਨੇ। ਸੁੱਤ ਨਾਮ ਬੱਚਿਆਂ ਦਾ ਹੈ। ਬੱਚੇ ਪੁੱਤਰ ਜਿਹੜਾ ਹੈ ਉਹਨੂੰ ਸੁੱਤ ਕਿਹਾ ਹੈ। ਆਪਣੇ ਬੱਚੇ ਨੂੰ ਸਹੀ ਸਿੱਖਿਆ ਦੇਣੀ ਇਹ ਨਿਯਮ ਹੈ ਗੁਰੂ ਘਰ ਦਾ। ਉਹਨੂੰ ਪੜ੍ਹਾਉਣਾ। ਗੁਣੀ ਅਲਾਵਤ ਸੁੱਤ ਨਾ ਪੜਾਵਤ, ਸੋ ਸ਼ਤਰੂ ਸਮਤਾਤ। ਸੋਭਾ ਨਾ ਪਾਵੈ ਮਤ ਨਹਿ ਆਵੈ, ਜਗ ਮਹਿ ਇਹ ਵਿਖਿਆਤ। ਬੱਚਿਆਂ ਨੂੰ ਪੜ੍ਹਾਉਣਾ ਇਹ ਗੁਰਮਤ ਹੈ। ਪਰ ਬੱਚਿਆਂ ਨੂੰ ਹੀ ਆਪਣਾ ਸਾਰਾ ਕੁਝ ਸਮਝ ਲੈਣਾ ਇਹ ਭੁੱਲਿਆ। ਬੱਚਿਆਂ ਤੇ ਮਾਣ ਕਰ ਲੈਣਾ ਇਹ ਭੁੱਲਿਆ। ਅਸੀਂ ਦਾਵਾ ਕਰ ਲੈਂਦੇ ਹਾਂ, ਫਿਰ ਤੰਗ ਪਰੇਸ਼ਾਨ ਹੁੰਦੇ ਹਾਂ ਨਾ। ਅਸੀਂ ਇਹ ਨਹੀਂ ਸਮਝਿਆ ਕਿ ਸਾਡੀ ਇਹ ਡਿਊਟੀ ਆ। ਸਾਡੇ ਮਾਂ-ਬਾਪ ਨੇ ਸਾਨੂੰ ਪਾਲਿਆ, ਅਸੀਂ ਇਹਨਾਂ ਨੂੰ ਅੱਗੇ ਪਾਲਣਾ। ਇਹ ਮਰਿਆਦਾ ਧੁਰੋਂ ਆਈ ਹੈ, ਅਸੀਂ ਇਹ ਨਿਯਮ ਪਾਲਣਾ ਹੈ। ਪਰ ਸਾਡਾ ਜਿਹੜਾ ਮਿਸ਼ਨ ਹੈ ਅਸੀਂ ਉਹਦੇ ਤੇ ਚੱਲਣਾ ਹੈ, ਉਹ ਸਭ ਭੁੱਲ ਗਏ। ਬੱਚਿਆਂ ਨੂੰ ਸਾਰਾ ਕੁਝ ਸਮਝ ਲਿਆ, ਧਰਮ ਵੀ ਤਿਆਗ ਦਿੱਤਾ ਹੈ। ਆਪਣੇ ਬੱਚਿਆਂ ਦੀ ਖਾਤਰ
ਥਾਂ ਥਾਂ ਤੇ ਝੂਠ ਬੋਲਿਆ, ਅਧਰਮ ਨੂੰ ਗ੍ਰਹਿਣ ਕੀਤਾ ਤੇ ਧਰਮ ਨੂੰ ਛੱਡ ਦਿੱਤਾ। ਦਾਵਾ ਬੜਾ ਕੀਤਾ ਕਿ ਮੇਰੇ ਬੱਚੇ ਨੇ, ਮੇਰਾ ਪਰਿਵਾਰ ਆ। ਤੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਫਿਰ ਇੱਕ ਸਮਾਂ ਐਸਾ ਵੀ ਆ ਜਾਂਦਾ ਹੈ ਅਧਰਮੀ ਲੋਕਾਂ ਤੇ, ਐਸਾ ਸਮਾਂ ਵੀ ਆ ਜਾਂਦਾ ਹੈ। ਕਹਿਆ ਨਾ ਮੰਨ ਹੈ ਸਿਰ ਖਾਕ ਛੰਨ ਹੈ, ਜਿਨ ਸੰਗ ਮਨ ਤਨ ਜਾਲਿਆ। ਜਿਹਦੇ ਵਾਸਤੇ, ਜਿਸ ਪਰਿਵਾਰ ਵਾਸਤੇ, ਬੱਚਿਆਂ ਵਾਸਤੇ ਬੰਦਾ ਆਪਣਾ ਸਰੀਰ ਸਾੜ ਦਿੰਦਾ ਨਾ, ਇੰਨਾ ਕਸ਼ਟ ਸਹਾਰਦਾ ਆਪਣੇ ਸਰੀਰ ਤੇ, ਆਪਣਾ ਮਨ ਜਿਹੜਾ ਹੈ ਅੰਦਰ ਹੀ ਅੰਦਰ ਕ੍ਰਿਜ ਕੇ ਆਪਣੇ ਆਪ ਨੂੰ ਸਾੜ ਲਿਆ, ਤੇ ਫਿਰ ਉਹ ਆਖੇ ਨਹੀਂ ਲੱਗਦੇ। ਕਹਿਆ ਨਾ ਮੰਨ ਹੈ, ਚਲੋ ਆਖੇ ਨਹੀਂ ਲੱਗਦੇ ਤੇ ਇੱਕ ਪਾਸੇ ਰਹਿ ਗਈ ਗੱਲ ਸਿਰ ਖਾਕ ਛੰਨ ਹੈ। ਇਹਦੇ ਤੇ ਹੁਣ ਮੈਨੂੰ ਸ਼ਬਦ ਅਰਥ ਬੋਲਣੇ ਔਖੇ ਆ। ਸਿਰ ਵਿੱਚ ਖਾਕ ਪਾਉਂਦੇ ਆ, ਨਰਾਦਰੀ ਕਰਦੇ ਆ। ਇਹੋ ਜਿਹੇ ਬੱਚੇ ਵੀ ਦੁਨੀਆ 'ਚ ਨੇ, ਆਪਣੇ ਮਾਂ ਬਾਪ ਦੀ ਨਰਾਦਰੀ ਕਰਦੇ ਆ, ਤੇ ਅਸੀਂ ਕਰਵਾਉਂਦੇ ਆ। ਅਸੀਂ ਮੋਹ 'ਚ ਫਸੇ ਹੋਏ ਕਰਵਾਉਂਦੇ ਆ। ਅਸੀਂ ਮੋਹ ਨਹੀਂ ਨਾ ਤਿਆਗਿਆ ਹੈ, ਅਸੀਂ ਦਾਵਾ ਕੀਤਾ। ਫਿਰ ਅਸੀਂ ਲੋਕਾਂ 'ਚ ਗੱਲਾਂ ਕਹਾਂਗੇ ਕਿ ਮੇਰੇ, ਜਿਨ੍ਹਾਂ ਨੂੰ ਮੈਂ ਜੰਮਿਆ ਪਾਲਿਆ, ਕਮਾਈਆਂ ਕੀਤੀਆਂ, ਸਾਰਾ ਕੁਝ ਦਿੱਤਾ ਕੀਤਾ ਕਰਾਇਆ, ਤੇ ਹੁਣ ਮੇਰਾ ਇਹ ਸਤਿਕਾਰ ਨਹੀਂ ਕਰਦੇ, ਆਖੇ ਨਹੀਂ ਲੱਗਦੇ। ਦਾਵਾ ਕਰ ਲਿਆ ਸੀ ਨਾ। ਤੇ ਕਬੀਰ ਸਾਹਿਬ ਦਾ ਹੀ ਸ਼ਬਦ ਆਪਾਂ ਚੇਤੇ ਕਰ ਲਈਏ, ਕਬੀਰ ਦਾਵੈ ਦਾਜਨ ਹੋਤ ਹੈ। ਜਿਹੜਾ ਬੰਦਾ ਦਾਵਾ ਕਰੇਗਾ ਨਾ, ਉਹ ਸੜਦਾ ਹੀ ਰਹੇਗਾ। ਬਾਣੀ ਇਹ ਗੱਲ ਕਹਿੰਦੀ ਹੈ, ਸਾਡੇ ਸਤਿਗੁਰੂ ਜੀ ਕਿਰਪਾ ਕਰਕੇ ਸਿਖਾਉਂਦੇ ਆ ਕਿ ਦਾਵਾ ਨਹੀਂ ਕਰਨਾ ਚਾਹੀਦਾ। ਦਾਵਾ ਬੰਨੋ ਹੀ ਨਾ, ਦਾਵਾ ਰੱਖੋ ਹੀ ਨਾ। ਜਿਹੜਾ ਸਾਡੇ ਤੋਂ ਸੇਵਾ ਲੈ ਲੈ, ਉਹਦੀ ਕਰ ਦਿਓ ਸੇਵਾ। ਜੇ ਬੱਚੇ ਸੇਵਾ ਲੈਂਦੇ ਆ ਤੇ ਕਰ ਦਿਓ। ਜੇ ਸੇਵਾ ਲੈਣ ਦੇ ਯੋਗ ਨਹੀਂ ਤੇ ਫਿਰ ਉਹਨਾਂ ਦੇ ਆਪਣੇ ਕਰਮ। ਗੁਰੂ ਸਾਹਿਬਾਂ ਦੇ ਘਰਾਂ 'ਚ ਵੀ ਸਭ ਕੁਝ ਹੋਇਆ ਨਾ, ਪ੍ਰਿਥੀ ਚੰਦ ਸੀ, ਪਰ ਗੁਰਮਤਿ ਦੇ ਜਿਹੜੇ ਗੁਣ ਆ ਨਾ, ਕਰੁਣਾ, ਮੁਦਤਾ, ਮੈਤਰੀ ਤੇ ਉਪੇਖਿਆ। ਉਪੇਖਿਆ ਇਹ ਹੈ ਕਿ ਕਿਸੇ ਦੇ ਪਿੱਛੇ ਹੀ ਪੈ ਜਾਣਾ ਕਿ ਨਹੀਂ ਮੈਂ ਇਹਨੂੰ ਆਹ ਚੀਜ਼ ਦੇਣੀ ਹੀ ਦੇਣੀ, ਸੁਧਾਰਨਾ ਹੀ ਸੁਧਾਰਨਾ ਹੈ। ਇਹ ਵੀ ਗੁਣ ਜਿਹੜਾ ਇਹ ਔਗਣ ਵਰਗਾ ਹੀ ਹੁੰਦਾ। ਕੋਈ ਚੀਜ਼ ਲੈਣ ਦੇ ਯੋਗ ਨਹੀਂ ਹੈ ਤੇ ਮਗਰ ਪੈ ਕੇ ਉਹ ਚੀਜ਼ ਤਾੜਨਾ ਕਰਕੇ, ਮਗਰ ਭੱਜ ਕੇ, ਨਰਾਦਰੀ ਕਰਵਾ ਕੇ ਦੇਣੀ, ਇਹ ਵੀ ਗੁਰਮਤਿ ਨਹੀਂ ਹੈ। ਵਿਣ ਗਾਹਕ ਗੁਣ ਵੇਚੀਆ ਤਉ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੈ ਤਉ ਗੁਣ ਲਾਖ ਵਿਕਾਏ। ਲੋਕ ਆਪਣੀ ਨਰਾਦਰੀ ਕਰਾਉਂਦੇ ਆ, ਅਸੀਂ ਨਰਾਦਰੀ ਕਰਾਉਂਦੇ ਆ ਆਪਣੇ ਬੱਚਿਆਂ ਦੇ ਕੋਲੋਂ। ਹਰ ਥਾਂ ਤੇ ਇਹ ਗੱਲ ਨਹੀਂ ਹੈ, ਪਰ ਕਈਆਂ ਥਾਵਾਂ ਦੀ ਗੱਲ ਹੈ। ਮੋਹ ਕਰਕੇ ਨਰਾਦਰੀ ਕਰਾਉਂਦੇ। ਮੋਹ ਸਾਡੀ ਨਰਾਦਰੀ ਕਰਾਉਂਦਾ ਹੈ, ਬੇਅਦਬੀ ਕਰਾਉਂਦਾ ਹੈ। ਜਿਹੜੇ ਮੋਹ ਦਾ ਤਿਆਗ ਕਰ ਦਿੰਦੇ ਹਨ, ਗੁਰੂ ਸਾਹਿਬ ਤੇ ਭਰੋਸਾ ਰੱਖਦੇ ਹਨ, ਸਤਿਗੁਰੂ ਜੀ ਉਹਨਾਂ ਦੀ ਲਾਜ ਰੱਖਦੇ ਆ। ਕਬੀਰ ਦਾਵੈ ਦਾਜਨ ਹੋਤ ਹੈ, ਨਿਰਦਾਵੈ ਰਹਿ ਨਿਸੰਕ। ਜੋ ਜਨ ਨਿਰਦਾਵੈ ਰਹਿ, ਸੋ ਗਨੈ ਇੰਦਰ ਸੋ ਰੰਕ। ਰੱਬ ਦੇ ਪਿਆਰੇ ਤੇ ਪਾਤਸ਼ਾਹ ਹੁੰਦੇ ਆ, ਸਤਿਗੁਰੂ ਜੀ ਉਹਨਾਂ ਦੀ ਲਾਜ ਰੱਖਦੇ ਹਨ। ਇੱਥੇ ਹਜ਼ੂਰ ਕਿਰਪਾ ਕਰਕੇ ਕਹਿ ਰਹੇ ਹਨ ਕਿ ਸੁੱਤ ਪੁੱਤਰ ਹੋ ਗਏ, ਤੇ ਆ ਜਿਹੜੀ ਸਾਡੀ ਦੇਹ ਆ ਨਾ, ਇਹਨੇ ਵੀ ਕਿਸੇ ਹੱਦ ਤੱਕ ਹੀ ਸਾਡਾ ਸਾਥ ਦੇਣਾ ਹੈ। ਇਹ ਜਿਹੜੇ ਘਰ ਨੇ, ਇਹ ਸਾਡੀਆਂ ਜ਼ਰੂਰਤਾਂ ਨੇ। ਤੇ ਸੰਪਤ ਜਿਹੜੀ ਹੈ, ਵਿਭੂਤੀ, ਐਸ਼ਵਰਜ, ਮਾਇਆ, ਜਿੰਨਾ ਕਿ ਚਿਰ ਤੱਕ ਸਾਡਾ ਸਰੀਰ ਆ, ਉਹਨਾਂ ਚਿਰ ਤੱਕ ਸਾਡਾ ਸਾਥ ਦੇਣਗੇ। ਬੰਦੇ ਨੇ ਇਹਨਾਂ ਚੀਜ਼ਾਂ ਨੂੰ ਸੁਖਦਾਈ ਮੰਨਿਆ ਹੈ ਕਿ ਸੁਖ ਦਿੰਦੇ ਹਨ। ਇਨ ਮੈਂ ਕਛ ਨਾਹੇ ਤੇਰੂ, ਕਾਲ ਅਵਧ ਆਈ। ਕਬੀਰ ਸਾਹਿਬ ਜੀ ਕਹਿੰਦੇ, ਗੁਰਮੁਖਾ ਆ ਜਿਹੜੇ ਪਿਛੇ ਕਹੇ ਆ ਨਾ, ਜਿੰਨੇ ਵੀ ਪਰਿਵਾਰ ਦੇ ਜੀ, ਤੇ ਆ ਜਿਹੜੀ ਸਾਡੀ ਦੇਹ ਆ ਤੇ ਸਾਡਾ ਘਰ ਜਿਹੜਾ ਹੈ, ਇਹ ਸਾਡਾ ਨਹੀਂ ਰਹਿਣਾ ਅਖੀਰਲੇ ਸਮੇਂ। ਕਾਲ ਅਵਧ ਆਈ, ਮੌਤ ਵਾਲਾ ਸਮਾਂ ਜਦੋਂ ਆਇਆ। ਔਦ ਨਾਮ ਉਮਰ ਦਾ ਵੀ ਹੁੰਦਾ ਹੈ। ਜਦੋਂ ਉਮਰ ਖਤਮ ਹੋ ਗਈ ਤੇ ਕਾਲ ਆ ਗਿਆ, ਮੌਤ ਆ ਗਈ। ਔਦ ਨਾਮ ਹੱਦ ਦਾ ਵੀ ਹੁੰਦਾ ਹੈ। ਹੱਦ, ਖਾਸ ਜਗ੍ਹਾ ਜਿਹੜੀ ਅਸੀਂ ਕ੍ਰੋਸ ਨਹੀਂ ਕਰ ਸਕਦੇ, ਜਦੋਂ ਅਸੀਂ ਜਾਣਾ ਹੀ ਜਾਣਾ ਹੈ ਉਮਰ ਦੇ ਪੂਰੇ ਹੋ ਜਾਣ ਤੋਂ। ਹਰ ਹਾਲਤ ਵਿੱਚ ਜਾਣਾ ਪਵੇਗਾ। ਆਏ ਨਾ ਮੇਟਣ ਕੋ ਸਮਰੱਥ, ਜਿਹਨੂੰ ਕੋਈ ਮੇਟਣ ਵਾਸਤੇ ਸਮਰੱਥ ਨਹੀਂ ਹੈ, ਕਿਸੇ ਵਿੱਚ ਤਾਕਤ ਨਹੀਂ ਹੈ, ਸ਼ਕਤੀ ਨਹੀਂ ਹੈ। ਜਦੋਂ ਉਹ ਸਮਾਂ ਆ ਜਾਂਦਾ ਹੈ, ਫਿਰ ਨਾ ਤੇ ਸਰੀਰ ਆਪਣਾ ਰਹਿ ਜਾਂਦਾ, ਨਾ ਇਹ ਰਿਸ਼ਤੇ ਨਾਤੇ, ਤੇ ਨਾ ਹੀ ਇਹ ਘਰ ਜਿਹੜਾ ਹੈ ਉਹ ਫਿਰ ਆਪਣਾ ਰਹਿੰਦਾ ਹੈ। ਸਭ ਕੁਝ ਛੱਡ ਕੇ ਦੁਨੀਆ 'ਚੋਂ ਚਲਿਆ ਜਾਂਦਾ ਮਨੁੱਖ। ਅਜਾਮਲ ਗਜ ਗਣਿਕਾ ਪਤਿਤ ਕਰਮ ਕੀਨੇ। ਤਾਂ ਹਜ਼ੂਰ ਹੁਣ ਨਾਮ ਦੀ ਬਰਕਤ ਦੱਸਦੇ ਆ। ਕਈ ਵਾਰੀ ਇਹ ਮਨ 'ਚ ਖਿਆਲ ਆਉਂਦਾ ਜੀ ਸਾਡੀ ਉਮਰ ਪਿੱਛੇ ਗੁਨਾਹ ਕਰਦਿਆਂ ਬਤੀਤ ਹੋਈ ਆ, ਸਾਡਾ ਭਲਾ ਹੋ ਜੂ।
ਕਿ ਅਸੀਂ ਰਾਮ ਸਿਮਰੀਏ ਕਿ ਨਾ ਸਿਮਰੀਏ, ਪਿਛਲੇ ਮਾੜੇ ਕਰਮ ਜਿਹੜੇ ਆ ਉਹ ਫਲ ਦੇਣ ਤੋਂ ਬਿਨਾਂ ਹਟ ਜਾਣਗੇ ਮਗਰੋਂ, ਜਿਹੜੇ ਮਾੜੇ ਕਰਮ ਕੀਤੇ ਆ। ਤੇ ਸੱਚੇ ਪਾਤਸ਼ਾਹ ਨੇ ਫਿਰ ਦ੍ਰਿਸ਼ਟਾਂਤ ਦਿੱਤੇ ਆ। ਹਜ਼ੂਰ ਦਾ ਪਾਵਨ ਬਚਨ ਹੈ ਕਿ ਜਿਵੇਂ ਇੱਕ ਲੱਕੜਾਂ ਦਾ ਢੇਰ ਹੋਵੇ ਤੇ ਛੋਟੀ ਜਿਹੀ ਚੁਆਤੀ ਅੱਗ ਦੀ ਲਾ ਦਈਏ ਤੇ ਸਾਰਾ ਉਹ ਲੱਕੜਾਂ ਦਾ ਢੇਰ ਜਿਹੜਾ ਇਕੱਠਾ ਹੁੰਦਾ ਉਹ ਸੜ ਕੇ ਸੁਆਹ ਹੋ ਜਾਂਦਾ ਹੈ। ਘੋਰ ਦੁਖੀਆਂ ਅਨਕ ਹਤਿਆਂ ਜਨਮ ਦਾਰਿਦਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਪਿਛਲੇ ਪਾਪ ਇਦਾਂ ਨਾਸ ਹੋ ਜਾਣਗੇ ਜਿਵੇਂ ਲੱਕੜਾਂ ਦਾ ਢੇਰ ਅੱਗ ਸਾੜ ਕੇ ਸੁਆਹ ਕਰ ਦਿੰਦੀ ਹੈ, ਇਦਾਂ ਪਾਪ ਨਾਸ ਹੋਣਗੇ। ਨਾਮ ਜਿਹੜਾ ਹੈ ਅਗਨੀ ਦੀ ਨਿਆਈ ਹੈ ਸਾਡੇ ਪਾਪਾਂ ਨੂੰ ਨਾਸ ਕਰਨ ਦੇ ਵਾਸਤੇ। ਸੋ ਹਜ਼ੂਰ ਕਿਰਪਾ ਕਰਕੇ ਕਹਿੰਦੇ ਹਨ ਕਿ ਅਜਾਮਲ ਤਰ ਗਿਆ ਭਾਈ, ਜਿਹੜਾ ਵੇਸਵਾ ਰਮਤ ਸੀ, ਗਨਕਾ ਜਿਹੜੀ ਸੀ ਉਹ ਤਰ ਗਈ, ਪਾਪਣ ਸੀ। ਤੇ ਸਾਧੂ ਜੋ ਹੈ ਉਹਦੇ ਹਿਰਦੇ 'ਚ ਦਇਆ ਆਈ, ਦੁਰਮਤ ਦੇਖ ਦਇਆਲ ਹੋਏ। ਹੱਥੋਂ ਉਸ ਨੂੰ ਦਿੱਤੋ ਸਤੋਤਾ, ਤੋਤੇ ਦੁਆਰਾ ਉਹਦੀ ਕਲਿਆਣ ਕਰ ਦਿੱਤੀ। ਵੇਸਵਾ ਨੂੰ ਇੱਕ ਸਾਧੂ ਨੇ ਕਿਹਾ, ਦਿਆਲੂ ਹੋ ਗਿਆ ਨਾ ਸਾਧੂ, ਦਇਆ ਆ ਗਈ। ਜਿਹੜਾ ਬੰਦਾ ਮਾੜੇ ਰਾਹ ਪਿਆ ਹੋਵੇ ਨਾ ਉਹ ਸਾਡੀ ਨਫ਼ਰਤ ਦਾ ਪਾਤਰ ਨਹੀਂ ਹੁੰਦਾ। ਅਸੀਂ ਉਲਟਾ ਚੱਲਦੇ ਹਾਂ, ਕੋਈ ਬੰਦਾ ਗਲਤ ਰਸਤੇ ਪਿਆ ਤੇ ਅਸੀਂ ਉਹਨੂੰ ਨਫ਼ਰਤ ਕਰਦੇ ਹਾਂ। ਉਹ ਦਇਆ ਦਾ ਪਾਤਰ ਹੁੰਦਾ, ਉਹਦੇ ਤੇ ਦਇਆ ਕਰਨੀ ਚਾਹੀਦੀ ਹੈ। ਉਹਦਾ ਭਲਾ ਕਰਨ ਵਾਸਤੇ ਥੋੜ੍ਹਾ ਘਣਾ ਉਦਮ ਕਰਦੇ ਰਹਿਣਾ ਚਾਹੀਦਾ, ਇਹਦਾ ਭਲਾ ਹੋ ਜਾਏ। ਜਿਨ੍ਹਾਂ ਦਾ ਪਹਿਲਾਂ ਹੀ ਭਲਾ ਹੋ ਚੁੱਕਾ ਹੈ ਤੇ ਹੋ ਰਿਹਾ ਹੈ, ਉਹਨਾਂ ਦਾ ਮਿਲਿਆਂ ਕਾ ਕਿਆ ਮਿਲੋ। ਜਿਹੜੇ ਪਹਿਲਾਂ ਹੀ ਮਿਲੇ ਹੋਏ ਉਹਨਾਂ ਦਾ ਕੀ ਮਿਲਣਾ। ਜਿਹੜੇ ਵਿਛੜੇ ਹੋਏ ਆ, ਜਿਹੜੇ ਇਸ ਪਾਸੇ ਨਹੀਂ ਤੁਰਦੇ, ਉਹਨਾਂ ਵਾਸਤੇ ਯਤਨ ਥੋੜ੍ਹਾ ਘਣਾ ਕਰਦੇ ਰਹਿਣਾ ਚਾਹੀਦਾ ਹੈ। ਸਾਧੂ ਨੂੰ ਆਈ ਦਇਆ, ਮਹਾਂਪੁਰਖ ਅਚਾਨਚੱਕ ਗਨਕਾ ਵਾੜੇ ਆਈ ਖਲੋਤਾ। ਗਨਕਾ ਦੇ ਘਰ ਚਲਾ ਗਿਆ ਤੇ ਪਤਾ ਲੱਗ ਗਿਆ ਕਿ ਇਹ ਵਿਚਾਰੀ ਕਰਮਾਂ ਦੀ ਮਾਰੀ ਵੇਸਵਾ ਹੈ। ਕਈ ਲੋਕ ਬਾਣੀ ਨੂੰ ਤੋਤਾ ਰਟਨ ਕਹਿ ਦਿੰਦੇ, ਤੋਤਾ ਰਟਨ। ਉਹ ਪਿਆਰਿਓ, ਤੋਤਾ ਰਟਨ ਵੀ ਚੰਗਾ ਹੈ। ਗਨਕਾ ਜਿਹੜੇ ਆ ਤੋਤਾ ਰਟਨ ਕਰਦੀ ਕਰਦੀ ਪਾਰ ਹੋ ਗਈ। ਤੋਤੇ ਨੂੰ ਨਾਮ ਜਪਾਉਂਦੇ ਸੀ, ਤੋਤਾ ਰਟਨ ਤੇ ਕੀ ਕਹਿਣਾ, ਉਹ ਤੇ ਜਪਾਉਂਦੀ ਤੋਤੇ ਨੂੰ ਸੀ। ਗਈ ਬੈਕੁੰਠ ਬਿਬਾਨ ਚੜ, ਨਰਕਾਂ ਵਿੱਚ ਨਾ ਖਾਧੋ ਸਗੋਤਾ। ਉਹਨੇ ਪਾਪ ਕੀਤੇ ਸਨ, ਗਨਕਾ ਤਰ ਗਈ, ਪਰ ਤਰੀ ਕਿਵੇਂ? ਰਾਮ ਦਾ ਨਾਮ ਲੈ ਕੇ। ਇਹ ਨਾਮ ਦੀ ਬਰਕਤ ਦੱਸਦੇ ਹਨ ਕਿ ਪਤਿਤ ਕਰਮ ਕੀਨੇ, ਉਹਨਾਂ ਨੇ ਇਹ ਪਾਪੀਆਂ ਵਾਲੇ ਜਿਹੜੇ ਕਰਮ ਸੀ ਉਹ ਕੀਤੇ ਸੀ। ਅਜਾਮਲ, ਫਿਰ ਗਜ। ਗਜ ਜਿਹੜਾ ਹਾਥੀ ਹੈ, ਇਹ ਪੁਰਾਤਨ ਸਾਖੀ ਹੈ ਕਿ ਬ੍ਰਹਮਾ ਤੇ ਹੋਤਾ ਦੋ ਭਰਾ ਸੀ। ਸੋ ਇਹ ਗੰਧਰਵ ਸਨ, ਰਾਗੀ ਸਨ, ਰਾਗ ਗਾਉਂਦੇ ਸੀ। ਰਾਜੇ ਦੇ ਦਰਬਾਰ 'ਚ ਜਾ ਕੇ ਇਹਨਾਂ ਰਾਗ ਗਾਇਆ। ਰਾਜੇ ਨੇ ਦੋਵਾਂ ਨੂੰ ਵੱਖਰੀ ਵੱਖਰੀ ਮਾਇਆ ਦਿੱਤੀ। ਜਿਹਦੇ ਇਕੱਠੀ ਮਾਇਆ ਦੇ ਦਿੰਦਾ ਸਾਂਝੀ ਇੱਕ ਥਾਂ ਤੇ, ਫਿਰ ਤੋਂ ਹਿੱਸਾ ਕਰ ਲੈਂਦੇ, ਲੜਾਈ ਨਾ ਪੈਂਦੀ। ਪਰ ਮਾਇਆ ਦੋਵਾਂ ਨੂੰ ਵੱਖਰੀ ਵੱਖਰੀ ਦੇ ਦਿੱਤੀ, ਤੇ ਇੱਕ ਨੂੰ ਦੇ ਦਿੱਤੀ ਘੱਟ ਤੇ ਇੱਕ ਨੂੰ ਦੇ ਦਿੱਤੀ ਵੱਧ। ਉਹ ਜਿਹਨੂੰ ਵੱਧ ਦਿੱਤੀ ਹੈ ਉਹ ਕਹਿੰਦਾ ਆਪਾਂ ਇੱਕੋ ਜਿਹੀ ਕਰੀਏ। ਨਿੱਕਾ ਕਹਿੰਦਾ ਕਿ ਨਹੀਂ, ਮੈਨੂੰ ਵੱਖ ਮਿਲੀ, ਮੈਂ ਨਹੀਂ ਆਪਣਾ ਹਿੱਸਾ ਦੇਣਾ। ਤੇ ਲੜ ਪਏ ਆਪਸ ਵਿੱਚ। ਕੁਝ ਕਮਾਈ ਵੀ ਸੀ, ਪੁੰਨ ਕਰਮੀ ਸਨ, ਸਰਾਫ ਦੇ ਦਿੱਤੇ ਇੱਕ ਦੂਜੇ ਨੂੰ ਲੜ ਕੇ ਕਿ ਤੂੰ ਹਾਥੀ ਆ, ਹਾਥੀ ਦੀ ਤਰ੍ਹਾਂ ਹੈ। ਤੇ ਉਸ ਵੇਲੇ ਕਿਹਾ, ਚੰਗਾ ਜੇ ਮੈਂ ਹਾਥੀ ਬਣੂੰਗਾ, ਸੋ ਇਸੇ ਤਰ੍ਹਾਂ ਤੂੰ ਹਾਥੀ ਬਣੇਗਾ, ਫਿਰ ਮੈਂ ਤੰਦੂਆ ਬਣ ਕੇ ਤੈਨੂੰ ਉੱਥੇ ਗਰਸੂੰਗਾ ਨਦੀ 'ਚ। ਹਰ ਹਰ ਖੇਤਰ ਤੇ ਤੰਦੂਏ ਨੇ ਫਿਰ ਹਾਥੀ ਨੂੰ ਗਰਾਸ ਲਿਆ ਸੀ। ਵਾਹਿਗੁਰੂ ਜੀ ਨੇ ਕਿਰਪਾ ਕੀਤੀ ਸੀ, ਤੰਦੂਏ ਦੀਆਂ ਤਾਰਾਂ ਕੱਟੀਆਂ ਸਨ। ਸੋ ਉਹ ਸਾਖੀ ਜਿਹੜੀ ਹੈ ਇੱਥੇ ਦੱਸਦੇ ਹਨ ਕਿ ਪ੍ਰਮਾਤਮਾ ਦਾ ਨਾਮ ਜਪਣਾ ਜਿਹੜਾ ਹੈ, ਹਾਥੀ ਨੇ ਜਿਹੜਾ ਸੀ ਵਾਹਿਗੁਰੂ ਜੀ ਨੂੰ ਅਰਾਧਿਆ ਸੀ। ਇੱਕ ਫੁੱਲ ਤਰਦਾ ਹੋਇਆ ਕਹਿੰਦੇ ਆ ਰਿਹਾ ਸੀ, ਤੇ ਉਹ ਲੈ ਕੇ ਅਰਪਣ ਕਰ ਦਿੱਤਾ ਕਿ ਮੇਰੀ ਰੱਖਿਆ ਕਰੋ, ਤੇ ਵਾਹਿਗੁਰੂ ਜੀ ਨੇ ਲਾਜ ਰੱਖ ਲਈ। ਇਹ ਨਾਮ ਦੀ ਬਰਕਤ ਹੈ। ਤੇਉ ਉਤਰ ਪਾਰ ਪਰੇ RAM ਨਾਮ ਲੀਨੇ। ਰਮੇ ਹੋਏ ਪਰਮੇਸ਼ਰ ਦਾ ਨਾਮ ਲਿਆ ਤੇ ਉਹ ਉਤਰ ਗਏ ਪਾਰ, ਸੰਸਾਰ ਸਮੁੰਦਰ ਤੋਂ ਸਭ ਪਾਰ ਹੋ ਗਏ। ਤੇ ਭਾਈ ਤੂੰ ਕਿਉਂ ਨਹੀਂ ਪਾਰ ਹੋਵੇਂਗਾ? ਜਪਿਆ ਕਰ। ਸੂਕਰ ਕੂਕਰ ਜੋਨ ਭ੍ਰਮੇ ਤਉ ਲਾਜ ਨਾ ਆਈ। ਵੇਖ, ਕਦੀ ਤੂੰ ਸੂਰ ਬਣਿਆ, ਕਦੀ ਤੂੰ ਕੂਕਰ ਕੁੱਤਾ ਬਣਿਆ, ਤੇ ਇਹਨਾਂ ਜੂਨਾਂ 'ਚ ਬੜੀ ਨਰਾਦਰੀ ਹੁੰਦੀ ਹੈ। ਕੁੱਤਿਆਂ ਦੀ ਕੀ ਹਾਲਤ ਹੈ, ਸੂਰਾਂ ਦੀ ਕੀ ਹਾਲਤ ਹੈ, ਬੜੀ ਇਹ ਦੁਖਦਾਇਕ ਜੂਨ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਕਹਿੰਦੇ ਆ, ਤੂੰ ਅਜੇ ਵੀ ਸੰਗ ਨਹੀਂ ਨਾ ਕਰਦਾ, ਹੁਣ ਹੀ ਸੰਗ ਕਰ ਲਾ। ਇਹ ਸਰਦਾਰ ਦੀ ਨਿਆਈ ਮਨੁੱਖਾ ਜਨਮ ਪ੍ਰਾਪਤ ਹੋਇਆ, ਸ਼੍ਰੋਮਣੀ ਤੈਨੂੰ
ਭਜਨ ਕਰਕੇ ਸਫਲਾ ਕਰ ਲੈ। ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ। ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ, ਰਮੇ ਹੋਏ ਵਾਹਿਗੁਰੂ ਜੀ ਦਾ ਨਾਮ ਅੰਮ੍ਰਿਤ ਹੈ, ਤੇ ਇਹ ਛੱਡ ਕੇ ਕਿਉਂ ਜ਼ਹਿਰ ਖਾ ਰਿਆ ਵਿਸ਼ਿਆਂ ਵਿਕਾਰਾਂ ਦੀ, ਅਥਵਾ ਪਰਾਇਆ ਹੱਕ ਰੂਪ ਜ਼ਹਿਰ ਕਿਉਂ ਖਾ ਰਿਆ ਤੂੰ। ਤਜ ਭਰਮ ਕਰਮ ਬਿਦਨ ਖੇਦ ਰਾਮ ਨਾਮ ਲੇਹੀ। ਜਿਹੜੇ ਕਰਮਕਾਂਡ ਵੇਦਾਂ ਵਿੱਚ ਕਹੇ ਹਨ ਉਹ ਵਿਧੀ ਕਰਮ ਆ, ਜੋ ਛੱਡਣ ਵਾਸਤੇ ਕਹੇ ਹਨ ਉਹ ਨਿਖੇਧ ਕਰਮ ਹਨ। ਛੱਡ ਦਿਓ ਸਾਰਾ ਕੁਝ, ਰਮੇ ਹੋਏ ਪਰਮੇਸ਼ਰ ਦਾ ਨਾਮ ਜਪ ਲੈ। ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਗੁਰੂ ਕੀ ਕਿਰਪਾ ਦਾ ਪਾਤਰ ਬਣ ਜਾ। ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਕੁਝ ਨਹੀਂ ਹੋਣਾ। ਜੇ ਮਨੁੱਖ ਕਹੇ ਕਿ ਮੈਂ ਕੁਝ ਕਰ ਲਵਾਂਗਾ ਤਾਂ ਕੁਝ ਨਹੀਂ ਹੋ ਸਕਦਾ। ਆਪੋਂ ਯਤਨਾਂ ਨਾਲ ਨਹੀਂ ਉੱਥੇ ਪਹੁੰਚਿਆ ਜਾ ਸਕਦਾ ਹੈ। ਸਤਿਗੁਰਾਂ ਦੀ ਕਿਰਪਾ ਦੇ ਨਾਲ ਹੀ ਪਹੁੰਚਿਆ ਜਾ ਸਕਦਾ ਹੈ। ਆਏ ਨਾ ਸਕਾਂ ਤੁਝ ਕਨ ਪਿਆਰੇ, ਭੇਜ ਨਾ ਸਕਾਂ ਕੋਏ। ਕੁਝ ਵੀ ਨਹੀਂ ਹੋ ਸਕਦਾ। ਸਤਿਗੁਰੂ ਜੀ ਮਿਹਰ ਕਰਨ ਤੇ ਤਾਂ ਹੀ ਸੰਸਾਰ ਸਮੁੰਦਰ ਤੋਂ ਤਰਿਆ ਜਾ ਸਕਦਾ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਮੇ ਹੋਏ ਪਰਮੇਸ਼ਰ ਦਾ ਤੂੰ ਪਿਆਰਾ ਬਣ ਜਾ। ਸੋ ਆਓ ਸਾਧ ਸੰਗਤ ਜੀ, ਲੜੀਵਾਰ ਕਥਾ ਵਿੱਚ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਹਨ। ਆਨੰਦ ਸਾਹਿਬ ਜੀ ਦੀ ਬਾਣੀ ਦੁਆਰਾ ਸੰਗਤ ਸੁਣੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ। ਵੱਡੇ ਭਾਗਾਂ ਵਾਲੇ ਘਰ ਆ, ਹਿਰਦਾ ਰੂਪ ਜਿਹੜੇ ਘਰ ਆ, ਉਹਨਾਂ ਦੇ ਹਿਰਦੇ 'ਚ ਗੁਰਮੁਖਾਂ ਦੇ ਪੰਜ ਜਿਹੜੇ ਸ਼ਬਦ ਆ ਉਹ ਪ੍ਰਗਟ ਹੋ ਜਾਂਦੇ ਆ। ਤਤ ਤੰਤੀ ਬਿਤ ਚਰਮ ਕਾ ਘਨ ਕਾਸੀ ਕਾ ਜਾਨ, ਨਾਦ ਸ਼ਬਦ ਘਟ ਕੋ ਕਹਿਤ ਸਵਾਸ ਸੁਖਰ ਪਹਿਚਾਨ। ਇਹ ਪੰਜ ਪ੍ਰਕਾਰ ਦੇ ਵਾਜੇ ਹੁੰਦੇ ਆ, ਪੰਜ ਪ੍ਰਕਾਰ ਦੇ ਇਹ ਸਾਜ਼ ਹਨ। ਇੱਕ ਤਾਂ ਤੰਤੀ ਸਾਜ਼ ਹੁੰਦੇ ਆ, ਇੱਕ ਹੁੰਦੇ ਆ ਜਿਹੜੇ ਜਿਨ੍ਹਾਂ ਨੂੰ ਤਾਰ ਪਈ ਹੁੰਦੀ ਉਹ ਤੰਤੀ ਸਾਜ਼ ਕਹਿਲਾਉਂਦੇ ਆ, ਤੇ ਜਿਨ੍ਹਾਂ ਦਾ ਮੂੰਹ ਚਮੜੇ ਨਾਲ ਮੜਿਆ ਹੁੰਦਾ ਉਹਨਾਂ ਨੂੰ ਬੇਤਵਾਜਾ ਕਿਹਾ ਜਾਂਦਾ ਹੈ। ਔਰ ਜਿਵੇਂ ਕੈਂਸੀਆਂ ਦੇ ਛੈਣੇ ਹੁੰਦੇ ਆ ਉਹਨਾਂ ਨੂੰ ਘਨ ਜਿਹੜੇ ਸਾਜ਼ ਹੈ ਉਹ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਤਤ ਤੰਤੀ ਬਿਦ ਚਰਮ ਕਾ ਘਨ ਕਾਂਸੀ ਕਾ ਜਾਨ, ਔਰ ਨਾਦ ਸ਼ਬਦ ਘਟ ਕੋ ਕਹਿਤ, ਜਿਹੜਾ ਘੜੇ ਦੇ ਵਿੱਚੋਂ ਆਵਾਜ਼ ਪੈਦਾ ਕਰਨੀ ਉਹਨੂੰ ਨਾਦ ਸ਼ਬਦ ਕਹਿੰਦੇ ਆ। ਤੇ ਸਵਾਸ ਸੁਖਰ ਪਹਿਚਾਨ, ਜੋ ਫੂਕ ਮਾਰ ਕੇ ਜਿਹੜੇ ਵਾਜੇ ਵਜਾਈਦੇ ਆ ਉਹਨਾਂ ਨੂੰ ਸੁਖਰ ਵਾਜਾ ਕਿਹਾ ਜਾਂਦਾ ਹੈ। ਇਹ ਵੱਖ-ਵੱਖ ਨੇ, ਪੰਜ ਤਰ੍ਹਾਂ ਦੇ ਸਾਧ ਸੰਗਤ ਜੀ ਇਹ ਵਾਜੇ ਆ। ਤੇ ਰੱਬ ਦੇ ਪਿਆਰਿਆਂ ਦੇ ਹਿਰਦੇ 'ਚ ਹੀ ਕੀਰਤਨ ਹੋਣ ਲੱਗ ਪੈਂਦਾ ਹੈ। ਇੱਕ ਕੀਰਤਨ ਤਾਂ ਬਾਹਰੀ ਹੈ ਜਿਹੜਾ ਸਾਡੇ ਸਤਿਗੁਰੂ ਜੀ ਨੇ ਬਖਸ਼ਿਆ, ਤੇ ਸੁਣਨਾ ਬਹੁਤ ਜ਼ਰੂਰੀ ਹੈ, ਕੀਰਤਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਇੱਕ ਅਵਸਥਾ ਸਾਧੂਆਂ ਮਹਾਂਪੁਰਖਾਂ ਦੀ ਹੈ, ਉਹਨਾਂ ਦੇ ਹਿਰਦੇ ਵਿੱਚ ਹੀ ਕੀਰਤਨ ਹੋਣ ਲੱਗ ਪੈਂਦਾ ਹੈ। ਕਬ ਕੋ ਮੇਲੇ ਪੰਚ ਸਤ ਗਾਇਣ, ਕਬ ਕੋ ਰਾਗ ਧੁਨ ਉਠਾਵੈ, ਮੇਲਤ ਚੁਨਤ ਖਿਨ ਪਲ ਚਸਾ ਲਾਗੈ, ਤਬ ਲਗ ਮੇਰਾ ਮਨ ਰਾਮ ਗੁਣ ਗਾਵੈ। ਕਿ ਜਦੋਂ ਬਾਹਰ ਦਾ ਕੀਰਤਨ ਜਿਹੜਾ ਹੈ ਇਹਦੇ ਵਾਸਤੇ ਸਾਥੀਆਂ ਦੀ ਲੋੜ ਆ। ਸਾਥੀ ਨਾ ਇਕੱਠੇ ਹੋਣ ਤੇ ਕੀਰਤਨ ਦਾ ਆਨੰਦ ਨਹੀਂ ਲਿਆ ਜਾ ਸਕਦਾ। ਇਹ ਇੱਕ ਦੂਜੇ ਦੇ ਅਧੀਨ ਹੋ ਜਾਈਦਾ ਹੈ। ਕੀਰਤਨ ਬਹੁਤ ਜ਼ਰੂਰੀ ਹੈ। ਬਾਹਜ ਕੀਰਤਨ ਜਿਹੜਾ ਹੈ ਇੱਕ ਅੰਦਰ ਦੀ ਦਾਤ ਹੈ ਕਿ ਜਿੰਨੇ ਚਿਰ ਨੂੰ ਸਾਜੀ ਆਪਣੇ ਸਾਜ਼ ਸੈੱਟ ਕਰਦੇ ਆ, ਜਦੋਂ ਜਿੰਨਾ ਚਿਰ ਤੱਕ ਉਹ ਆਪਣੀ ਸੁਰ ਜਿਹੜੀ ਹੈ ਉਹ ਸੈੱਟ ਕਰਦੇ ਆ, ਤੇ ਰੱਬ ਦੇ ਪਿਆਰੇ ਕਹਿੰਦੇ ਉਹਨਾਂ ਚਿਰ ਤੱਕ ਤੇ ਸਾਡੇ ਹਿਰਦੇ 'ਚ ਕੀਰਤਨ ਆਲਰੇਡੀ ਹੋ ਰਿਹਾ ਹੁੰਦਾ ਹੈ। ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਕਹੋ ਨਾਨਕ ਜਿਸ ਸਤਿਗੁਰ ਪੂਰਾ। ਉਹ ਜਿਹੜਾ ਅੰਦਰ ਦਾ ਕੀਰਤਨ ਹੈ, ਵਾਜਾ ਮਤ ਪਖਾਵਜ ਭਾਓ, ਹੋਏ ਆਨੰਦ ਸਦਾ ਮਨ ਚਾਓ। ਇਹ ਅੰਦਰ ਦਾ ਕੀਰਤਨ ਵੀ ਮਹਾਰਾਜ ਸਾਹਿਬ ਨੇ ਕਿਰਪਾ ਕਰਕੇ ਬਖਸ਼ਿਆ। ਸ੍ਰੇਸ਼ਟ ਘਰ ਜਿਹੜੇ ਹਨ ਹਿਰਦਾ ਰੂਪ, ਉਹਨਾਂ ਦੇ ਹਿਰਦੇ ਵਿੱਚ ਹੀ ਇਹ ਕੀਰਤਨ ਪ੍ਰਗਟ ਹੋਇਆ ਹੈ। ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਜਿਸ ਹਿਰਦੇ ਰੂਪੀ ਘਰ 'ਚ ਮਹਾਰਾਜ ਨੇ ਆਪਣੀ ਕਲਾ ਵਰਤਾ ਦਿੱਤੀ, ਕ੍ਰਿਸ਼ਮਾ ਵਰਤਾ ਦਿੱਤਾ ਹੈ, ਕਲਾ ਟਿਕਾ ਦਿੱਤੀ ਹੈ, ਉਹਨਾਂ ਸ੍ਰੇਸ਼ਟ ਘਰਾਂ ਵਿੱਚ, ਹਿਰਦਿਆਂ ਦੇ ਵਿੱਚ ਇਹ ਸ਼ਬਦ ਜਿਹੜੇ ਹਨ ਪ੍ਰਗਟ ਹੋ ਗਏ। ਵਾਹਿਗੁਰੂ ਜੀ ਦੇ ਜਸ ਵਾਲੇ ਸ਼ਬਦ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਜਿੰਨਾ ਚਿਰ ਤੱਕ ਅੰਦਰ ਦਾ ਕੀਰਤਨ ਪ੍ਰਗਟ ਨਹੀਂ ਹੁੰਦਾ, ਜਿਹੜਾ ਕੀਰਤਨ ਕਦੇ ਨਹੀਂ ਹਟਦਾ, 24 ਘੰਟੇ ਅੰਦਰ ਕੀਰਤਨ ਚੱਲਦਾ ਰਹਿੰਦਾ ਹਿਰਦੇ 'ਚ, ਜੋ ਬੇਨਤੀ ਪਿੱਛੇ ਕੀਤੀ ਹੈ। ਜਦੋਂ ਇਹ ਕੀਰਤਨ ਪ੍ਰਗਟ ਹੋ ਜਾਂਦਾ ਹੈ ਤੇ ਫਿਰ ਵਿਕਾਰ ਖਤਮ ਹੋ ਜਾਂਦੇ, ਵਿਕਾਰ ਨਹੀਂ ਨੇੜੇ ਆ ਸਕਦੇ। ਇਹ ਜਿਹੜੇ ਪੰਜ ਦੂਤ ਹਨ ਵਿਕਾਰ,
ਸੱਚੇ ਪਾਤਸ਼ਾਹ ਨੇ ਵਸ ਵਿੱਚ ਕਰ ਦਿੱਤੇ ਤੇ ਕਾਲ ਜਿਹੜਾ ਹੈ ਦੁਖਦਾਇਕ ਉਹ ਵੀ ਖਤਮ ਕਰ ਦਿੱਤਾ, ਮੌਤ ਦਾ ਡਰ ਭੈ ਦੂਰ ਕਰ ਦਿੱਤਾ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੀ। ਹੇ ਵਾਹਿਗੁਰੂ ਜੀ, ਜਿਨ੍ਹਾਂ ਦੇ ਮਸਤਕ ਵਿੱਚ ਧੁਰੋਂ ਹੀ ਤੁਸੀਂ ਲੇਖ ਇਹ ਸ੍ਰੇਸ਼ਟ ਕਰਮ ਦਾ ਪਾ ਦਿੱਤਾ ਹੈ, ਉਹ ਆਪ ਜੀ ਦੇ ਨਾਮ ਦੇ ਵਿੱਚ ਲੱਗੇ ਹਨ। ਕਹੈ ਨਾਨਕ ਤਹ ਸੁਖ ਹੁਆ, ਤਿਤ ਘਰ ਅਨਹਦ ਵਾਜੀ। ਔਰ ਉਸ ਹੀ ਹਿਰਦੇ ਰੂਪੀ ਘਰ ਦੇ ਵਿੱਚ ਸੁਖ ਪ੍ਰਾਪਤ ਹੋਇਆ ਹੈ, ਅਟਲ ਸੁਖ, ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰ ਨਾਨਕ ਕਉ ਦੀਆ। ਦੁੱਖ ਨਾਹੀ ਸਭ ਸੁਖ ਹੀ ਹੈ ਰੇ, ਏਕੈ ਏਕੀ ਨੇਤੈ। ਉਹ ਜਿਹੜਾ ਸੁਖ ਹੈ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਹਿਰਦੇ ਵਿੱਚ ਪ੍ਰਗਟ ਹੋ ਗਿਆ ਹੈ। ਔਰ ਹਿਰਦੇ ਰੂਪੀ ਘਰ ਦੇ ਵਿੱਚ ਅਨਹਦ ਵਾਜੇ ਵੱਜੇ ਆ। ਅਨਹਦ ਵਾਜੇ ਹੁੰਦੇ ਆ ਹੱਦ ਤੋਂ ਰਹਿਤ। ਹੱਦ ਤੋਂ ਰਹਿਤ ਉਹ ਹੁੰਦਾ ਜਿਹੜਾ ਕੰਟੀਨਿਊਸਲੀ ਸਾਜ਼ ਚੱਲਦਾ ਹੋਵੇ, ਕਦੀ ਐਂਡ ਨਾ ਹੋਵੇ, ਕਦੀ ਖਤਮ ਨਾ ਹੋਵੇ। ਸੋ ਅਨਾਹਦ, ਜਿਵੇਂ ਵਾਜਾ ਜਿੰਨਾ ਚਿਰ ਪੱਖਾ ਨਾ ਮਾਰੀਏ ਆਵਾਜ਼ ਨਹੀਂ ਨਿਕਲਦੀ, ਤਬਲੇ ਤੇ ਹੱਥ ਨਾ ਮਾਰੋ ਆਵਾਜ਼ ਨਹੀਂ ਨਿਕਲਦੀ, ਇਹ ਸਾਰੇ ਆਹਤ ਵਾਜੇ ਹੁੰਦੇ ਆ। ਇਹਨਾਂ ਫੂਕ ਨਾ ਮਾਰੋ ਤੇ ਜਿਹੜਾ ਸੁਖਰ ਵਾਜਾ ਹੈ ਉਹਦੇ ਚੋਂ ਵੀ ਆਵਾਜ਼ ਨਹੀਂ ਨਿਕਲ ਸਕਦੀ। ਪਰ ਇਹ ਜਿਹੜੇ ਹੱਦ ਤੋਂ ਰਹਿਤ ਇੱਕ ਰਸ, ਕਿਸੇ ਤਰ੍ਹਾਂ ਦੀ ਆਹਟ ਦੀ ਲੋੜ ਨਹੀਂ ਹੈ। ਜਿਹੜੇ ਸੱਚੇ ਪਾਤਸ਼ਾਹ ਨੇ ਹਿਰਦੇ 'ਚ ਹੀ ਇਹ ਵਾਜੇ ਪ੍ਰਗਟ ਕਰ ਦਿੱਤੇ ਹਨ। 5 ਤਰ੍ਹਾਂ ਦੇ ਜਿਹੜੇ ਸਾਜ਼ ਵੱਜ ਰਹੇ ਆ ਔਰ ਰੱਬੀ ਜਸ ਹਿਰਦੇ ਵਿੱਚ ਹੋ ਰਿਹਾ ਹੈ, ਉਹ ਸ੍ਰੇਸ਼ਟ ਹਿਰਦਿਆਂ ਰੂਪੀ ਘਰ ਹਨ। ਸਤਿਗੁਰਾਂ ਦੀ ਕਿਰਪਾ ਨਾਲ ਗੁਰਮੁਖਾਂ ਨੂੰ ਇਹ ਦਾਤ ਪ੍ਰਾਪਤ ਹੋਈ ਹੈ। ਸੋ ਸਾਧ ਸੰਗਤ ਜੀ, ਇਹ ਪਰਮ ਪਵਿੱਤਰ ਉਪਦੇਸ਼ ਮੇਰੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਹ ਵਰਨਾ ਕੋ ਸਾਂਝਾ, ਚੌਹਾਂ ਵਰਨਾਂ ਨੂੰ ਸਾਂਝਾ ਉਪਦੇਸ਼ ਮਹਾਰਾਜ ਸਾਹਿਬ ਨੇ ਬਖਸ਼ਿਆ ਹੈ। ਬਾਣੀ ਦੀ ਵਿਚਾਰ ਕਰਦਿਆਂ ਬਹੁਤ ਭੁੱਲਾਂ ਹੋਣੀਆਂ ਸੁਭਾਵਿਕ ਹਨ। ਅਗਾਧ ਬੋਧ ਹੈ ਮੇਰੇ ਸਤਿਗੁਰੂ ਜੀ ਦੀ ਬਾਣੀ। ਸਤਿਗੁਰੂ ਜੀ ਬਖਸ਼ਣਹਾਰ ਹਨ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਕਿਰਪਾ ਕਰਕੇ ਬਖਸ਼ ਲੈਣਾ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ। ਗੁਰੂ ਕੀਆਂ ਸਿੱਖ ਸੰਗਤਾਂ ਦਾ, ਗੁਰੂ ਘਰ ਦੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਪ੍ਰਮੁੱਖ ਸੇਵਾਦਾਰ ਸਿੰਘ ਸਾਹਿਬ ਜੀ, ਹੈੱਡ ਗ੍ਰੰਥੀ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਜਿਨ੍ਹਾਂ ਨੇ ਸਮਾਂ ਦੇ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰਵਾਈ ਹੈ, ਸੰਗਤ ਦੇ ਦਰਸ਼ਨ ਕਰਵਾਏ ਹਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਸਿੰਘ ਸਾਹਿਬਾਂ ਦਾ, ਸਮੂਹ ਗੁਰਸਿੱਖਾਂ ਦਾ, ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਸੋ ਆਓ 2 ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੀ। ਕਹੈ ਨਾਨਕ ਤਹ ਸੁਖ ਹੁਆ, ਤਿਤ ਘਰ ਅਨਹਦ ਵਾਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।